ਭਾਈ ਗੁਰਦਾਸ ਸਾਹਿਬ ਬਚਨ ਕਰਦੇ ਨੇ, ਪ੍ਰਥਮ ਹੀ ਆਨ ਧਿਆਨ ਹਾਨ ਕੇ ਪਤੰਗ ਬਿੱਦ। ਭਾਈ ਗੁਰਦਾਸ ਸਾਹਿਬ ਕਹਿੰਦੇ ਪਹਿਲਾਂ ਹੀ ਇਹ ਕੰਮ ਕਰੇ, ਸ਼ੁਰੂਆਤ ਵਿੱਚ ਹੀ ਇਹ ਕੰਮ ਕਰੇ ਕਿ ਆਨ ਧਿਆਨ, ਜਿਹੜਾ ਹੋਰ ਪਾਸੇ ਧਿਆਨ ਖਿੰਡਦਾ ਹੈ, ਹੋਰ ਪਾਸੇ ਧਿਆਨ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨਾਂ ਪਾਸਿਆਂ ਤੋਂ ਹਾਨ ਨਾਸ਼ ਕਰਕੇ, ਧਿਆਨ ਨੂੰ ਰੋਕ ਕੇ ਉਸ ਪਾਸੇ ਧਿਆਨ ਨੂੰ ਨਾ ਜਾਣ ਦੇਵੇ। ਤੇ ਕਰੇ ਕੀ? ਕਹਿੰਦੇ ਪਤੰਗ ਬਿੱਦ, ਪਤੰਗੇ ਦੀ ਤਰ੍ਹਾਂ। ਜਿਵੇਂ ਪਤੰਗਾ ਕਿਸੇ ਹੋਰ ਪਾਸੇ ਧਿਆਨ ਨਹੀਂ ਕਰਦਾ, ਉਹਦਾ ਧਿਆਨ ਸਿੱਧਾ ਹੁੰਦਾ ਜਿੱਥੇ ਲਾਟ ਜਗ ਰਹੀ ਆ, ਦੀਵਾ ਜਗ ਰਿਹਾ ਹੈ। ਤੇ ਸਿੱਖ ਦਾ ਧਿਆਨ ਸਿੱਧਾ ਹੋਵੇ ਜਿੱਥੇ ਜੋਤ ਜਗਮਗ ਰਹੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ, ਉੱਥੇ ਧਿਆਨ ਹੋਵੇ। ਪਤੰਗੇ ਦੀ ਤਰ੍ਹਾਂ ਜਿਵੇਂ ਉਹਦਾ ਲਕਸ਼ ਮਾਰਗ ਪ੍ਰਯੋਜਨ ਔਰ ਜਗਦੀ ਹੋਈ ਲਾਟ ਹੈ, ਤੇ ਸਿੱਖ ਦਾ ਪ੍ਰਯੋਜਨ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਹੀ ਪ੍ਰਕਾਸ਼ ਹੈ। ਇੱਧਰ ਧਿਆਨ ਹੋਵੇ, ਇਸੇ ਬਿੱਦ ਤਰ੍ਹਾਂ ਪਤੰਗੇ ਦੀ ਤਰ੍ਹਾਂ। ਬਾਕੀ ਪਾਸਿਓਂ ਧਿਆਨ ਨੂੰ ਸੰਕੋਚੇ, ਹੋਰ ਪਾਸਿਆਂ ਨੂੰ ਧਿਆਨ ਨਾ ਦੇਵੇ। ਸਾਡਾ ਤਾਂ ਧਿਆਨ ਬੜੇ ਥਾਵਾਂ ਤੇ ਖਿੰਡਿਆ ਹੁੰਦਾ ਹੈ, ਸ਼ਬਦ ਵੱਲੇ, ਗੁਰੂ ਵੱਲੇ, ਗੁਰਮਤਿ ਵੱਲੇ, ਗਿਆਨ ਵੱਲੇ ਧਿਆਨ ਸਾਡਾ ਬਹੁਤ ਘੱਟ ਹੁੰਦਾ ਹੈ। ਭਾਈ ਸਾਹਿਬ ਕਹਿੰਦੇ ਪਾਛੇ ਕੇ ਅਨੂਪ ਰੂਪ ਦੀਪਕ ਦਿਖਾਏ ਹੈ। ਜਦੋਂ ਦਾ ਧਿਆਨ ਇਕਾਗਰ ਹੋ ਜਾਂਦਾ ਹੈ, ਫਿਰ ਪਿੱਛੋਂ ਉਹ ਉਪਮਾ ਤੋਂ ਰਹਿਤ ਜਿਹੜਾ ਪ੍ਰਕਾਸ਼ ਇਹਨਾਂ ਪਤੰਗਾ ਆਪਣੀ ਮੰਜ਼ਲ ਨੂੰ ਪਾ ਲੈਂਦਾ ਹੈ, ਉਸ ਲਾਟ ਨੂੰ ਪਾ ਲੈਂਦਾ ਹੈ, ਸਪਰਸ਼ਤਾ ਪ੍ਰਾਪਤ ਕਰ ਲੈਂਦਾ ਹੈ। ਕਹਿੰਦੇ ਸਿੱਖ ਜਦੋਂ ਆਨ ਪਾਸਿਆਂ ਤੋਂ ਧਿਆਨ ਸੰਕੋਚ ਲਿਆ ਤੇ ਉਪਮਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹਨੂੰ ਪਾ ਲਵੇਗਾ, ਉਹਦਾ ਦੀਦਾਰ ਇਸ ਨੂੰ ਹੋ ਜਾਵੇਗਾ। ਆਨ ਪਾਸਿਓਂ ਧਿਆਨ ਰੋਕ ਕੇ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ ਕੀਤਾ। ਭਾਈ ਸਾਹਿਬ ਦੂਜਾ ਪ੍ਰਮਾਣ ਦਿੰਦੇ, ਕਹਿੰਦੇ ਪ੍ਰਿਥਮ ਹੀ ਆਨ ਗਿਆਨ ਸੁਰਤ ਬਿਸਰਜ ਕੈ। ਕਹਿੰਦੇ ਪ੍ਰਥਮ ਪਹਿਲਾਂ ਆਪਣੇ ਅੰਦਰੋਂ ਆਨ ਹੋਰ ਪ੍ਰਕਾਰ ਦਾ ਜਿਹੜਾ ਗਿਆਨ ਹੈ, ਮੈਂ ਕੱਲ ਵੀ ਬਿਆਨ ਕੀਤਾ ਸੀ, ਗਿਆਨ ਬੜੇ ਪ੍ਰਕਾਰ ਦਾ ਹੈ। ਹਰ ਮਨੁੱਖ ਗਿਆਨੀ ਹੈ ਬਹੁਤਾਤ ਅੰਦਰ, ਤੇ ਹਰ ਮਨੁੱਖ ਅਗਿਆਨੀ ਹੈ। ਜੇ ਮੈਨੂੰ 4 ਅੱਖਰਾਂ ਦੇ ਅਰਥ ਆਉਂਦੇ ਆ ਨਾ, ਮੈਨੂੰ ਹੋਰ ਵਸਤੂਆਂ ਦਾ ਨਹੀਂ ਗਿਆਨ ਹੈਗਾ। ਤੇ ਜੇ ਨਾ ਹੋਰ ਚੀਜ਼ਾਂ ਦਾ ਗਿਆਨ ਹੈ ਨਾ, ਗੱਡੀਆਂ ਦੇ ਕਾਰੀਗਰ ਨੇ, ਟਰੈਕਟਰਾਂ ਦੇ ਨੇ, ਹੋਰ ਨੇ, ਉਹਨਾਂ ਨੂੰ ਅੱਖਰਾਂ ਦੇ ਅਰਥਾਂ ਦਾ ਨਹੀਂ ਪਤਾ। ਉਹ ਇੱਧਰੋਂ ਅਗਿਆਨੀ ਉੱਧਰ ਗਿਆਨੀ। ਇਹ ਸੰਸਾਰੀ ਗਿਆਨ ਹੈ, ਕਿਤਾਬੀ ਗਿਆਨ ਹੈ। ਇਹ ਕੋਈ ਵੱਡੀ ਗੱਲ ਨਹੀਂ, ਪੜ੍ਹ ਕੇ ਹਾਸਲ ਕਰਕੇ ਕੋਈ ਵੀ ਕਰ ਸਕਦਾ ਹੈ। ਵੱਡੀ ਗੱਲ ਕੀ ਹੈ? ਬ੍ਰਹਮ ਨਾਲ ਜੁੜਨਾ, ਪਰਮਾਤਮਾ ਦਾ ਗਿਆਨ ਹੋਣਾ, ਉਹਦੀ ਜਾਣਕਾਰੀ ਹੋਣੀ, ਉਹਦੇ ਮਾਰਗ ਤੇ ਤੁਰਨਾ। ਭਾਈ ਸਾਹਿਬ ਕਹਿੰਦੇ ਉਹਨਾਂ ਨੂੰ ਜਿਹੜੇ ਦੁਨੀਆ ਦੇ ਗਿਆਨ ਹੈ ਨਾ, ਉਹਨਾਂ ਨੂੰ ਆਪਣੀ ਸੁਰਤ ਵਿੱਚੋਂ ਔਰ ਵਿਸਰਜਨ ਤੋੜ ਕੇ, ਪਰੇ ਕਰਕੇ, ਵਿਦਾ ਕਰਕੇ ਆਪਣੇ ਅੰਦਰੋਂ ਉਹ ਗਿਆਨ ਨੂੰ ਕਹਿਣ ਤੋਂ ਭਾਵ ਛੱਡ ਕੇ, ਤਿਆਗ ਕੇ, ਤੇ ਜਿਹੜਾ ਗੁਰੂ ਦਾ ਗਿਆਨ ਹੈ ਨਾ, ਗੁਰੂ ਪ੍ਰਾਪਤ ਕਿਵੇਂ ਹੋਣਾ ਹੈ? ਅਸੀਂ ਵੇਖਦੇ ਵੀ ਵਸਤੂ ਪ੍ਰਾਪਤ ਕਿਵੇਂ ਹੋਣੀ ਹੈ, ਮੁਰਾਤਬਾ ਪ੍ਰਾਪਤ ਕਿਵੇਂ ਹੋਣਾ ਹੈ, ਉਹਦੀ ਨੌਲੇਜ ਹੈ। ਪੁੱਛਦੇ ਹਾਂ, ਚੱਲਦੇ ਹਾਂ, ਇੱਕ ਦਿਨ ਉਹ ਕਰ ਲੈਂਦੇ ਬਈ ਆਹ ਸਾਡਾ ਮਸਲਾ ਕਿਵੇਂ ਹੱਲ ਹੋਵੇਗਾ, ਕੋਈ ਦੱਸ ਹੀ ਦਿੰਦਾ ਹੈ ਨਾ। ਤੇ ਕਦੇ ਇਹ ਵੀ ਪੁੱਛਣਾ ਆਰੰਭ ਕਰੀਏ ਬਈ ਰੱਬ ਨੂੰ ਕਿਵੇਂ ਮਿਲਿਆ ਜਾਵੇਗਾ, ਰੱਬ ਨੂੰ ਕਿਵੇਂ ਪਾਇਆ ਜਾਏਗਾ, ਫਿਰ ਉਹ ਵੀ ਮਸਲਾ ਹੱਲ ਹੋ ਜਾਵੇ। ਕਹਿੰਦੇ ਉਹ ਗਿਆਨ ਇਕੱਠਾ ਕਰ, ਉਹ ਜਾਣਕਾਰੀ ਇਕੱਠੀ ਕਰ। ਅਨਹਦ ਨਾਦ ਮ੍ਰਿਗ ਜੁਗ ਤੂੰ ਸੁਣਾਈ ਹੈ। ਬਾਹਰੋਂ ਆਉਂਦੀਆਂ ਹੁਣ ਆਵਾਜ਼ਾਂ ਬਹੁਤ, ਧੁਨਾ, ਤੇ ਕਹਿਣ ਲੱਗੇ ਬਈ ਉਹਨਾਂ ਧੁਨਾ ਨੂੰ ਮ੍ਰਿਗ ਜਿਹੜਾ ਹੈ ਆਪਣੇ ਕੰਨਾਂ ਦੀ ਸਜਾਵਟ ਨਹੀਂ ਬਣਾਉਂਦਾ, ਉਧਰ ਨੂੰ ਉਹ ਨਹੀਂ ਚੱਲਦਾ। ਮ੍ਰਿਗ ਕਿੱਧਰ ਨੂੰ ਚੱਲਦਾ ਹੈ? ਜਿੱਧਰੋਂ ਕੰਡੇ ਹੇੜੇ ਦੀ ਆਵਾਜ਼ ਆਉਂਦੀ ਏ, ਕੇਵਲ ਉਹਦੇ ਵਿੱਚ ਟਿਕ ਕੇ, ਐਨ ਉਸ ਨਾਦ ਦੇ ਵਿੱਚ ਟਿਕ ਕੇ ਆਪਾਂ ਨਿਸ਼ਾਵਰ ਕਰ ਦਿੰਦਾ ਹੈ।
ਤੂੰ ਗਿਆਨ ਗੁਰੂ ਦੇ ਵਿੱਚ ਸੁਰਤ ਨੂੰ ਸਮੋ ਕੇ ਮਿਰਗ ਦੀ ਭਾਂਤੀ, ਤੇ ਜਦੋਂ ਪਰਮਾਤਮਾ ਵੱਲ ਨੂੰ ਚੱਲੇਗਾ ਨਾ, ਉਸ ਆਨੰਦ ਨੂੰ ਮਾਣੇਗਾ ਜਿਵੇਂ ਮਿਰਗ ਉਹ ਧੁਨ ਵਿੱਚ ਮਗਨ ਹੋ ਜਾਂਦਾ ਹੈ। ਜਿੱਦਣ ਤੂੰ ਨਾਮ ਦੀ ਧੁਨ ਵਿੱਚ ਮਗਨ ਹੋ ਗਿਆ, ਉਦਣ ਪਰਮਾਤਮਾ ਨੂੰ ਜਾਣ ਲਵੇਂਗਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਆਕਥ ਕਹਾਣੀ। ਔਰ ਉਹਨੂੰ ਜਾਣ ਲਵੇਂਗਾ, ਉਹ ਜੁਗਤੀ ਅਪਣਾ, ਉਹ ਢੰਗ ਅਪਣਾ। ਜਿਵੇਂ ਮਿਰਗ ਦੇ ਜਿੰਨੇ ਮਰਜ਼ੀ ਆਵਾਜ਼ਾਂ ਪੈਣ, ਉਹ ਸੁਣਦਾ ਨਹੀਂ, ਉਹ ਕੇਵਲ ਘੰਡੇੜੀ ਦੀ ਆਵਾਜ਼ ਸੁਣਦਾ ਹੈ। ਸੰਸਾਰ ਵਿੱਚੋਂ ਆਲੇ ਉਦਾਲੇ ਰੌਲਾ ਪੈਂਦਾ, ਆਵਾਜ਼ਾਂ ਬੜੀਆਂ ਪੈਂਦੀਆਂ ਨੇ, ਪਰ ਤੂੰ ਇਹਦੇ ਵਿੱਚੋਂ ਧੁਨ ਨਾਮ ਦੀ ਸੁਣ, ਪਰਮਾਤਮਾ ਦੀ ਸੁਣ, ਉਹਦੇ ਤੇ ਧਿਆਨ ਧਰ, ਉਹਦੀ ਤਰ੍ਹਾਂ। ਭਾਈ ਸਾਹਿਬ ਤੀਜਾ ਪ੍ਰਮਾਣ ਦਿੰਦੇ, ਪ੍ਰਥਮ ਹੀ ਬਚਨ ਰਚਨ ਹਰ ਗੁੰਗ ਸਾਜ। ਕਹਿੰਦੇ ਪ੍ਰਥਮ ਇਹ ਕੰਮ ਕਰ ਕਿ ਜਿਹੜੇ ਤੇਰੇ ਬਚਨਾਂ ਦੀ ਰਚਨਾ ਕਰਦਾ ਹੈ ਨਾ, ਬਚਨ ਮਤਲਬ ਬੋਲ, ਆਪਾਂ ਬੋਲਦੇ ਨਾ ਤੇ ਪ੍ਰਗਟ ਹੁੰਦੇ, ਇਹਨਾਂ ਦੀ ਜਿਹੜੀ ਰਚਨਾ ਕਰਦਾ ਹੈ, ਕਹਿੰਦੇ ਬਈ ਇਹਦੇ ਤੋਂ ਔਰ ਜਿਹੜਾ ਹੈ ਤੂੰ ਗੁੰਗਾ ਹੋ ਜਾਣਾ ਕਰ, ਚੁੱਪ ਕਰ ਜਾ, ਚੁੱਪ ਧਾਰਨ ਕਰ ਲਾ। ਕਿਉਂ ਅਜ਼ਾਈ ਨਾ ਬੋਲ, ਹਰੀ ਦੇ ਬੋਲ ਬੋਲਨੇ ਆ। ਮਹਾਰਾਜ ਕਬੀਰ ਸਾਹਿਬ ਵੀ ਕਹਿੰਦੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪਾਵੋਂ ਤੇ ਪਿੰਗਲ ਭਇਆ। ਔਰ ਕਹਿੰਦੇ ਉਹ ਗੁਰੂ ਨੇ ਜਦੋਂ ਇੱਕ ਸ਼ਬਦ ਸੁਣਾਇਆ ਨਾ, ਜਦੋਂ ਬਾਣ ਤੀਰ ਵੱਜਿਆ, ਸਤਿਗੁਰ ਤੀਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪਾਵੋ ਤੇ ਪਿੰਗਲ ਭਇਆ। ਪਰਾ ਕਲੇਜੇ ਸ਼ੇਖ ਕਹਿੰਦੇ ਵੀ ਜਦੋਂ ਉਹ ਹੋਇਆ ਤੇ ਹਿਰਦਾ ਵਿੰਨਿਆ ਗਿਆ। ਕਬੀਰ ਸਾਹਿਬ ਮਹਾਰਾਜ ਨੇ ਇਹ ਵੀ ਬਚਨ ਕੀਤੇ, ਕਬੀਰ ਗੂੰਗਾ ਹੁਆ ਬਾਬਰਾ, ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਬਚਨ ਆ ਗਏ ਉਹਦੇ ਜ਼ਬਾਨ ਤੋਂ, ਹੁਣ ਉਹਦੇ ਬਗੈਰ ਕੁਝ ਬੋਲਦਾ ਹੀ ਨਹੀਂ। ਇਹ ਗੂੰਗਾ ਹੋਣਾ ਹੈ ਤੇ ਬਹਿਰਾ ਬੋਲਾ ਇਹ ਹੋਣਾ ਹੈ ਬਈ ਰੱਬ ਤੋਂ ਬਗੈਰ ਕੁਝ ਸੁਣਦਾ ਹੀ ਨਹੀਂ, ਔਰ ਰੱਬ ਦੀ ਗੱਲ ਸੁਣਦਾ ਹੈ, ਜਦੋਂ ਸੁਣਦਾ ਹੈ ਰੱਬ ਦੀ ਆਵਾਜ਼ ਸੁਣਦਾ ਹੈ। ਇਸ ਕਰਕੇ ਇਹ ਸਾਜ਼, ਇਹਨੂੰ ਸਾਜ਼ ਨੂੰ ਤੂੰ ਸਾਜਨਾ ਕਰ, ਇਹਨਾਂ ਗੱਲਾਂ ਦੀ ਰਚਨਾ ਕਰ, ਤੇਰੀ ਰਚਨਾ ਐਸੀ ਹੋ ਜਾਏ। ਬੋਲਣਾ ਹੈ ਔਰ ਸੰਤ ਮਿਲੇ ਕਿ ਜੇ ਸੁਣੀਏ ਕਹੀਏ, ਰੱਬ ਦਾ ਪਿਆਰਾ ਮਿਲੇ ਕੁਝ ਸੁਣ ਲੈ, ਕੁਝ ਕਹਿ ਗੱਲਾਂ ਰੱਬ ਦੀਆਂ, ਮਿਲੇ ਆਸੰਤ ਅਨਾੜੀ ਮਿਲੇ, ਦੁਸ਼ਟ ਮਿਲ ਜਾਏ, ਟੁੱਟਿਆ ਹੋਇਆ ਮਿਲ ਜਾਏ, ਮਸਤ ਕਰ ਰਹੀਏ, ਚੁੱਪ ਕਰ ਜਾ। ਉੱਥੇ ਤੇਰਾ ਸਮਾਂ ਅਜ਼ਾਈ ਜਾਏਗਾ, ਬੋਲ ਅਜ਼ਾਈ ਜਾਣਗੇ, ਸਰੋਤ ਅਜ਼ਾਈ ਜਾਏਗੀ, ਤੂੰ ਰੱਬ ਵਾਲੇ ਬੋਲ ਸੁਣ। ਔਰ ਇਸ ਕਰਕੇ ਭਾਈ ਸਾਹਿਬ ਕਹਿੰਦੇ ਆ, ਪਾਛੇ ਕੈ ਅੰਮ੍ਰਿਤ ਰਸ ਆਪਿਓ ਪੀਆਏ ਹੈ। ਕਹਿੰਦੇ ਜਦੋਂ ਪਹਿਲਾਂ ਇਹਨਾਂ ਗੁਣਾਂ ਨੂੰ ਧਾਰਨ ਕਰ ਲੈ, ਫਿਰ ਸਤਿਗੁਰੂ ਦਾ ਜਿਹੜਾ ਅੰਮ੍ਰਿਤ ਹੈ ਨਾ, ਅੰਮ੍ਰਿਤ ਨਾਮ ਦਾ ਰਸ, ਉਸ ਦਾ ਆਨੰਦ ਮਾਣੇਗਾ। ਫਿਰ ਟਿਕਾਓ ਨਾਲ ਉਹ ਤੇਰੇ ਅੰਦਰ ਪ੍ਰਗਟ ਹੋਇਆ ਆਏਗਾ, ਉਹਦਾ ਆਨੰਦ ਮਾਣੇਗਾ, ਉਹਨੂੰ ਛਕੇਗਾ, ਉਹ ਤੇਰੇ ਹਿਰਦੇ ਵਿੱਚ ਵਸੇਗਾ। ਭਾਈ ਸਾਹਿਬ ਕਹਿੰਦੇ, ਪੇਖ ਸੋਨਾ ਅਚਵਤ ਹੀ ਭਏ ਬੇਸਮਾ ਅਤ। ਅੱਖਾਂ ਨਾਲ ਵੇਖ ਕੇ, ਕੰਨਾਂ ਨਾਲ ਸੁਣ ਕੇ ਔਰ ਰਸਨਾ ਨਾਲ ਛਕ ਕੇ, ਕਹਿੰਦੇ ਭਏ ਬਿਸਮ ਅਤਸ਼ੇ ਕਰਕੇ ਬਹੁਤ ਹੈਰਾਨੀ ਛਾ ਗਈ। ਇਹੋ ਜਿਹਾ ਰਸ, ਇਹੋ ਜਿਹਾ ਦਰਸ਼ਨ, ਐਸੀ ਧੁਨ ਔਰ ਕਦੇ ਵੀ ਸੁਣੀ ਨਹੀਂ, ਦੇਖਿਆ ਨਹੀਂ, ਔਰ ਆਨੰਦ ਸਵਾਦ ਇਹੋ ਜਿਹਾ ਆਇਆ ਨਹੀਂ। ਕਹਿੰਦੇ ਪਰਮਦ ਭੁਤ ਆਚਰਜ ਸੁਮਾਈ ਹੈ। ਅਦਭੁਤ ਅਲੌਕਿਕ ਜਿਹਾ ਨਜ਼ਾਰਾ, ਜਿਹੜਾ ਅਚਰਜਤਾ ਵਿੱਚ ਲੈ ਜਾਣ ਵਾਲਾ, ਕਹਿੰਦੇ ਉਹਦੇ ਵਿੱਚ ਉਸ ਆਨੰਦ ਦੇ, ਉਸ ਖੇੜੇ ਦੇ ਵਿੱਚ ਸਮਾ ਗਿਆ ਗੁਰਸਿੱਖ, ਔਰ ਗੁਰੂ ਨਾਲ ਜੁੜਿਆ ਹੋਇਆ ਉਹਦੇ ਵਿੱਚ ਸਮਾ ਜਾਣਾ ਕੀਤਾ। ਉਸ ਆਨੰਦ ਦੇ, ਉਸ ਖੇੜੇ ਦੇ ਜਿਹੜੇ ਬਾਬਤ ਚੱਲਦਾ ਸੀ, ਤੁਰਦਾ ਸੀ, ਉਹਦੇ ਵਿੱਚ ਸਮਾ ਗਿਆ। ਭਾਈ ਗੁਰਦਾਸ ਸਾਹਿਬ ਅਗਲੇ ਕਵਿਤ ਦੁਆਰਾ ਸਾਡੇ ਤੇ ਕਿਰਪਾ ਕਰਦੇ ਨੇ। ਕਹਿੰਦੇ ਜਾਤ ਸਿਝਾ ਸੰਨ ਜੋ ਕਾਮਨੀ ਜਾਮਣੀ ਸਮੈ, ਗੁਰਜਨ ਸੁਜਨ ਕੀ ਬਾਤ ਨਾ ਸੁਹਾਤ ਹੈ। ਭਾਈ ਸਾਹਿਬ ਕਹਿੰਦੇ ਦੰਪਤੀ ਜੀਵਨ ਜਿਉਂਦਿਆਂ ਹੋਇਆਂ
और अपने धर्म की पालना करदिया होया और बीबी जिहड़े जीवन दे विच अपने मालिक नूं जगह दिंदी आ, मालिक दी सलाह मशवरा मंदी आ, वो दूजे दी नहीं। कह लगे जिवें उहदे कोल बीबी सलाह मशवरा करदी, अपना जीवन बसर करदी, अपने जीवन दे और अमोलक घड़ियां जीवन नूं गुजारदी आ। भाई साहब कहंदे गुरजन सुजन की बात ना सुहात है, ते विचाले गब्बे आके दोनों की बात नूं कोई तोड़ना चाहे, होड़ना चाहे, ते ओनों सुहागवती बीबी नूं गल चंगी नहीं लगदी। बई ये तीजा विच आके ते साडी गल नूं होड़े तोड़े। गुर सिख प्यारा ते गुरु जद सुरत दे नाल समोंदे ने, आपस विच आनंद दा खेड़ा आउंदा है, ते तीजा विच जिहड़ा आउंदा है वो कदे चंगा नहीं लगदा कि ये तोड़न वाला आ गया, दूरी बनाउण वाला आ गया। भाई साहब कहंदे वो कदे भी शोभा नहीं पाउंदा। हिम कर उदत मुदत है चकोर गत, कहंदे जिवें चंद्रमा उदय होवे ते चकोर जिहड़ा है वो बड़ियां खुशियां मनाउंदा, खीवा हुंदा, पहला पाउंदा है। ते ओदी तरह कहंदे एक टक ध्यान के सुमर तु नंगा तू है, कहंदे चकोर चंद्रमा नूं देख के एक टक ध्यान उधरे टकाई रखदा है, आसे पासे नहीं करदा। रब वाले मार्ग नूं तुरदियां होया गुर सिख प्यारा अपने ध्यान की इन्नी को एकाग्रता बनाउंदा है कि परमात्मा तो पासे कदे उहदा ध्यान जांदा ही नहीं, और वो खुशियां दे खेड़े विच आनंद विच रहिंदा है, ते ध्यान उहदा प्रभु दे चरनां विच टिकिया रहिंदा है। उहदी गत हालत ऐसी हो जाती आ और प्रभु नाल जुड़िया रहिंदा है जैसे माधुकर मकरंद रस लोभत है। भाई गुरदास साहब कहंदे जिवें और भौरा कवल दे उपर रस मानदा होया मकरंदी लैंदा होया लुभाईमान हो जांदा और उदा लालची हो जांदा। और भाई साहब कहंदे बिस्म कमल दल संपट सुमात है, कहंदे उदा रस लैंदा होया ते कवल दियां पंखड़ियां आलियों उदालियों नूं अपने गब्बे बंद कर लैंदियां, उन्हों पता भी नहीं चलदा और उहदे विच समा जांदा। ते गुर सिख ने नाम जपदियां जपदियां वख नहीं रहना, उन्हें शब्द दे विच सुरत करके समाउना है और उहदे अंदर भी शब्द ते बाहर भी शब्द, शब्द ही गुरु ते गुरु ही शब्द, जीव ही गुरु ते गुरु ही जीव रूप हो जाता है। जदों गुरु प्रगट हुंदा है वो एकता नूं हासिल कर जाता है। भाई साहब कहंदे तैसे गुर चरण शरण चल जात सिख, इसी तरह गुरु के सिख गुरु दे चरनां दी शरण विच आसरा लैंदे ने, चल के आउंदे ने। दरस परस प्रेम रस मुस्कात है, गुरु दे दर्शन कर दे ते दर्शन परस है गुरु कै जन्म मरण दुख जाए। गुरु दा दीदार कर दे, स्पर्शता कर दे, हिरदा जुड़दा है ते प्रेम दा रस आनंद मानदे ने ते हिरदे दे अंदर मुस्कुराहट आउंदी, खुशी आउंदी है गुरु वाली। एक तां बाहरी वस्तु जिहड़ी है ना कोई प्राप्ति होवे ते आपां कहने बड़ा खुशी दा माहौल बनिया है, ते जिहड़ा बाहरों बनिया है ना खुशी दा माहौल, याद रखना उही बाहरों कई बार गमगीनता लै आउंदा बाहर दी। जिहदे कोल रब वल्लों अंदर दी खुशी दा खेड़ा आ गया उन्होंने बाहर दी गमगीनता भी कदे शोकातुर बिरती विच नहीं लजा सकती, गमगीनता दे आलम विच नहीं लजा सकती। वो सदा एक रंग रहिंदा है, कहंदे वो मुस्कुराहटां वंडदा है क्योंकि उहदे कोल मुस्कुराहट अंदर दी खुशी आ, वो दाते दी बख्शी हुई। भाई साहब और कृपा करते ने अगले कवित दे द्वारा कहंदे आवत है जाके भीख मंगन भिखारी दीन। हुण ध्यान दिया जे, भाई साहब कहंदे
ਬਈ ਜਦੋਂ ਕਿਤੇ ਕੋਈ ਭਿੱਖਿਆ ਮੰਗਣ ਵਾਲਾ ਮੰਗਤਾ ਆ ਜਾਂਦਾ, ਜਿਹਦੇ ਦਰ ਤੇ ਆਵਤ ਹੈ ਜਾ ਕੇ ਭੀਖ ਮੰਗਣ ਭਿਖਾਰੀ ਦੀਨ। ਦੀਨ ਕੋਈ ਅਜ਼ਿਜ਼ ਹੋਇਆ, ਗਰੀਬੜਾ ਭੁੱਖਾ ਨੰਗਾ ਚੱਲਦਾ ਹੋਇਆ ਕਿਸੇ ਦੇ ਦੁਆਰੇ ਤੇ ਆ ਗਿਆ, ਤੇ ਭਾਈ ਸਾਹਿਬ ਕਹਿੰਦੇ ਦੇਖ ਤਾਂ ਅਧੀਨੇ ਨਿਰਾਸੋ ਨਾ ਬੜਾ ਰਿਹਾ। ਉਹਨੂੰ ਆਪਣੇ ਅਧੀਨ ਜਾਣ ਕੇ, ਭੁੱਖਾ ਜਾਣ ਕੇ ਉਹਨੂੰ ਕਦੇ ਨਿਰਾਸ਼ਾ ਨਾ ਭੇਜ। ਨਿਰਾਸ਼ਾ ਜੋ ਕੁਝ ਤੇਰੇ ਕੋਲ ਜਿੰਨਾ ਕੁ ਹੈ ਉਹਨਾਂ ਕੁ ਦੇਣ ਦਾ ਯਤਨ ਕਰ। ਤੇ ਆਪਣੇ ਕੋਈ ਦਰਵਾਜ਼ੇ ਤੇ ਮੰਗਤਾ ਆ ਜੇ ਨਾ, ਮੰਗਤਾ ਆਪਣੇ ਦਰਵਾਜ਼ੇ ਤੇ ਆਪਾਂ ਫਿਰ ਗੁਸਤਾਖੀ ਮਾਫ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਤਾ ਨਹੀਂ ਫਿਰ ਕੀ ਗੱਲਾਂ ਬੋਲਦੇ, ਕਿੰਨੀ ਕੁ ਉਹਨੂੰ ਸਿੱਖਿਆ ਦੇਣ ਲੱਗ ਜਾਂਦੇ। ਓਏ ਤੇਰਾ ਬੇੜਾ ਕਰਕੇ, ਓਏ ਤੂੰ ਓਏ ਹਟਾ ਕਟਾ, ਓਏ ਤੂੰ ਫਲਾਨਾ, ਓਏ ਤੂੰ ਢੇਂਗੜਾ, ਓਏ ਤੂੰ ਲੁੱਟ ਲਿਆ, ਓਏ ਤੂੰ ਆਹ ਕਰ ਲਿਆ, ਓਏ ਤੁਸੀਂ ਆਹ ਕਰ ਲਿਆ, ਓਏ ਪਤਾ ਨਹੀਂ ਕੀ ਬੋਲੀ ਜਾਂਦੇ। ਕਦੇ ਮੰਗ ਕੇ ਤਾਂ ਵੇਖੀਏ, ਮੰਗਣ ਕੌਣ ਜਾਂਦਾ? ਤੇ ਅਸੀਂ ਨਹੀਂ ਮੰਗਤੇ, ਆਪਾਂ ਮੰਗਤੇ ਨਹੀਂ ਗੇ ਜਿੰਨੇ ਆਪਾਂ ਸਾਰੇ ਬੈਠੇ ਆ। ਧਿਆਨ ਮਾਰਿਆ ਜੇ ਜਰਾ ਆਪਣੇ ਆਪਣੇ ਜੀਵਨ ਚ, ਕਿਹੜੀ ਜਗ੍ਹਾ ਹੈ ਜਦੋਂ ਆਪਾਂ ਗੁਰੂ ਕੋਲੋਂ ਮੰਗਦੇ ਨਹੀਂ? ਕਿਹੜੀ ਜਗ੍ਹਾ? ਗੁਰੂ ਕੋਲੋਂ ਹੀ ਮੰਗਦੇ ਨੇ। ਤੇ ਗੁਰੂ ਨੇ ਤੈਨੂੰ ਦਾਤਾ ਬਣਾਇਆ ਹੈ ਆਪਣੇ ਬਰਾਬਰ। ਤੂੰ ਗੁਰੂ ਦੇ ਦਰ ਤੇ ਮੰਗਦਾ ਹੈ, ਤੇਰੇ ਦਰ ਤੇ ਵੀ ਇੱਕ ਮੰਗਣ ਵਾਲਾ ਆਇਆ ਹੈ। ਜੇ ਤੇਰੀ ਝੋਲੀ ਇਹ ਭਰਦਾ ਪਿਆ ਹੈ ਨਾ, ਜਿੰਨੀ ਕੁ ਤੇਰੇ ਚ ਅਵਸ਼ਕਤਾ ਹੈ ਤੂੰ ਓਨੀ ਕੁ ਖੁਰਾਕ ਪਾ ਦੇ। ਮਾੜਾ ਨਾ ਬੋਲ, ਮਾੜਾ ਨਾ ਬੋਲ।